ਇੱਕ ਛੋਟੀ ਜਿਹੀ ਬੇਨਤੀ ਦਾਸ ਨੇ ਆਪ ਜੀ ਨੂੰ ਕਰਨੀ ਸੀ ਕਿ ਰੱਖੜੀ ਦਾ ਤਿਉਹਾਰ ਹੁਣ ਆ ਰਿਹਾ ਤੇ ਆਹ ਦਿਨਾਂ ਵਿੱਚ ਖਾਸ ਕਰਕੇ ਸਾਨੂੰ ਬੜਾ ਚਾਅ ਹੁੰਦਾ ਹੈ ਵੀ ਅਸੀਂ ਰੱਖੜੀ ਮਨਾਉਣੀ ਹੈ। ਭੈਣਾਂ ਨੂੰ ਚਾਅ ਹੁੰਦਾ ਵੀ ਚੇਚਾ ਭਾਈਆਂ ਕੁਝ ਕੁਵਾਰੀਆਂ ਨੇ ਖਿਮਾ ਕਰਨਾ ਤੇ ਘਰ ਵਿੱਚ ਭਰਾ ਨੂੰ ਰੱਖੜੀ ਬੰਨ੍ਹਣੀ ਹੈ। ਜੇ ਵਿਆਹੇ ਨੇ ਆਨੰਦ ਕਾਰਜ ਹੋਇਆ ਪਿਆ ਤੇ ਭਰਾਵਾਂ ਨੂੰ ਜਾ ਕੇ ਉੱਥੇ ਜਾ ਕੇ ਰੱਖੜੀ ਬੰਨ੍ਹਣੀ ਹੈ। ਤੇ ਅਸੀਂ ਵੀ ਬੜੇ ਸ਼ੌਂਕ ਨਾਲ ਇਸ ਕੰਮ ਨੂੰ ਪ੍ਰੇਰਦੇ ਹਾਂ, ਪਰ ਗੁਰਮਤਿ ਦੇ ਦਾਇਰੇ ਵਿੱਚ ਇਹ ਕੰਮ ਬਿਲਕੁਲ ਵੀ ਨਹੀਂ। ਕਿਉਂ? ਇਹਦਾ ਕਾਰਨ ਹੈ 2-4 ਮਿੰਟ ਦਾ ਟਿਕਾ ਬਖਸ਼ਣਾ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਤੇ ਗੁਰਸਿੱਖੀ ਦੇ ਦਾਇਰੇ ਚੋਂ ਇਹ ਕੰਮ ਬਹੁਤ ਬਾਹਰ ਹੈ। ਇਹਦਾ ਅਰਥ ਕੀ ਹੈ? ਆਪਾਂ ਜਦੋਂ ਕਿਸੇ ਨੂੰ ਪੁੱਛੀਏ, ਕਿਸੇ ਸੱਜਣ ਨੂੰ, ਵੀ ਰੱਖੜੀ ਕਿਉਂ ਮਨਾਈ ਜਾਂਦੀ ਹੈ, ਅਰਥ ਕੀ ਹੈ, ਹੁਣ ਇਹ ਸ਼ੁਰੂ ਕਦੋਂ ਹੋਈ, ਇਹਦੇ ਬਾਰੇ ਇੱਕ ਮਾਤੀ ਨਹੀਂ। ਕੋਈ ਕਿਸੇ ਸਮੇਂ ਨਾਲ ਤੋਲ ਦਿੰਦਾ, ਕੋਈ ਕਿਸੇ ਸਮੇਂ ਨਾਲ ਤੋਲ ਦਿੰਦਾ ਇਸ ਘਟਨਾ ਨੂੰ। ਮੁੱਕਦੀ ਗੱਲ ਅਰਥ ਸਿਰਫ ਇੰਨਾ ਕੁ ਹੈ ਵੀ ਭੈਣ ਭਰਾ ਨੂੰ ਰੱਖੜੀ ਤਾਂ ਬੰਨ੍ਹਦੀ ਹੈ ਕਿ ਭਰਾ ਔਖੇ ਸਮੇਂ ਭੈਣ ਦੀ ਰੱਖਿਆ ਕਰ ਸਕੇ। ਭੈਣ ਤੇ ਕੋਈ ਮੁਸੀਬਤ ਆਏ ਤੇ ਭਰਾ ਉਸ ਮੁਸੀਬਤ ਨੂੰ ਆਪਣੇ ਸਾਹਮਣੇ ਹੰਢਾ ਕੇ ਤੇ ਭੈਣ ਨੂੰ ਸੁਰੱਖਿਅਤ ਕਰੇ। ਪਰ ਗੁਰਸਿੱਖੀ ਦੇ ਅੰਦਰ ਇਹ ਜਿੰਨੀ ਧਾਰਨੀ ਹੈ ਨਾ, ਇਹ ਸਾਰੀ ਅਵਿਸਲੀ ਹੈ, ਬੇਮਤਲਬੀ ਹੈ। ਇਹਦਾ ਇੱਕ ਕਾਰਨ ਹੈ ਕਿਉਂਕਿ ਗੁਰੂ ਨਾਨਕ ਪਾਤਸ਼ਾਹ ਜੀ ਦੇ ਘਰ ਨੇ ਜਦੋਂ ਕਿਰਪਾ ਕੀਤੀ, ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੇ ਸਰੂਪ ਵਿੱਚ ਖਾਲਸਾ ਸਾਜਿਆ ਨਾ, ਤੇ ਉਦੋਂ ਤੁਹਾਨੂੰ ਜਿੱਥੇ ਸਿੰਘ ਦਾ ਦਰਜਾ ਦਿੱਤਾ, ਉੱਥੇ ਨਾਲ ਹੀ ਭੈਣਾਂ ਨੂੰ, ਮਾਤਾਵਾਂ, ਬੀਬੀਆਂ ਨੂੰ ਕੌਰ ਦਾ ਦਰਜਾ ਦਿੱਤਾ। ਸਿੰਘ ਨਾਮ ਆਪਾਂ ਜਾਣਦੇ ਸ਼ੇਰ ਦਾ, ਕੌਰ ਬਾਰੇ ਬਹੁਤ ਘੱਟ ਸਾਨੂੰ ਗਿਆਨ ਹੈ। ਕੌਰ ਅਸਲ ਵਿੱਚ ਇੱਕ ਪੰਛੀ ਦਾ ਨਾਮ ਹੈ। ਇੱਕ ਪੰਛੀ ਹੁੰਦਾ ਔਰ ਇੰਨਾ ਫੁਰਤੀਲਾ ਹੁੰਦਾ ਹੈ, ਕਹਿੰਦੇ ਨੇ ਵੀ ਜਦੋਂ ਸ਼ੇਰ ਆਪਣਾ ਮੂੰਹ ਟੱਟਦਾ ਹੈ ਨਾ, ਤੇ ਕੌਰ ਪੰਛੀ ਉੱਡ ਕੇ ਸ਼ੇਰ ਦੇ ਜਬਾੜੇ ਚੋਂ ਮਾਸ ਖਿੱਚ ਲਿਆਉਂਦਾ। ਇੰਨਾ ਫੁਰਤੀਲਾ ਉਹ ਜਾਨਵਰ ਹੈ, ਉਹ ਪੰਛੀ ਹੈ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਤੁਹਾਨੂੰ ਕੌਰ ਦਾ ਦਰਜਾ ਤਾਂ ਦਿੱਤਾ ਸੀ ਵੀ ਤੁਸੀਂ ਇੰਨੀਆਂ ਫੁਰਤੀਲੀਆਂ ਹੋ ਕਿ ਤੁਸੀਂ ਸ਼ੇਰ ਦੇ ਮੂੰਹ ਚੋਂ ਮਾਸ ਕੱਢਣ ਦੀ ਹਿੰਮਤ ਰੱਖਦੀਆਂ। ਭਾਵ ਇੰਨਾ ਕੁ ਗੁਰੂ ਨਾਨਕ ਦੇ ਘਰ ਦੀ ਕਿਰਪਾ ਹੈ। ਤੇ ਸਾਨੂੰ ਕੋਈ ਇਸ ਉੱਤੇ ਡਿਪੈਂਡ ਨਹੀਂ ਸੀ ਕੀਤਾ ਵੀ ਅਸੀਂ ਇੱਕ ਭੈਣ ਇੱਕ ਭਰਾ ਉੱਤੇ ਹੀ ਡਿਪੈਂਡ ਰਹੇਗੀ ਸਾਰੀ ਉਮਰ ਕਿ ਉਹ ਹੀ ਆ ਕੇ ਰੱਖਿਆ ਕਰੇਗਾ। ਪਹਿਲਾ ਸਵਾਲ ਇਹ ਬਣਦਾ ਵੀ ਮੰਨ ਲਓ ਜਦੋਂ ਅੱਜ ਭੈਣ ਦਾ ਵਿਆਹ ਕਰ ਦਿੱਤਾ ਮਾਪਿਆਂ ਨੇ ਆਪਣੇ ਮੁਤਾਬਕ ਜਿੱਥੇ ਕੀਤਾ, ਕੋਈ ਹੁਣ ਵਿਦੇਸ਼ਾਂ ਵਿੱਚ ਭੈਣ ਬੈਠੀ ਹੈ, ਭਰਾ ਇੱਥੇ ਹੈ ਵਿਦੇਸ਼ਾਂ ਵਿੱਚ ਆਪਣੇ ਪ੍ਰਾਹੁਣੇ ਨਾਲ, ਆਪਣੇ ਪਤੀ ਪਰਿਵਾਰ ਦੇ ਨਾਲ ਉਹ ਵਿਦੇਸ਼ ਵਿੱਚ ਹੈ, ਜਾਂ ਇੱਥੇ ਵੀ ਹੈ ਕੋਈ 40 ਕਿਲੋਮੀਟਰ ਤੇ, ਕੋਈ 50 ਕਿਲੋਮੀਟਰ ਤੇ। ਪਹਿਲੀ ਗੱਲ ਮੰਨ ਲਓ ਕਿਤੇ ਰੱਬ ਨਾ ਕਰੇ ਉਸ ਭੈਣ ਤੇ ਐਵੇਂ ਦੀ ਮੁਸੀਬਤ ਢਹਿ ਪਈ, ਔਖਾ ਸਮਾਂ ਆ ਜਾਵੇ, ਤੇ ਕੀ ਇਹ ਸਵਾਲ ਹੈ ਸਾਡੇ ਮਨ ਦਾ ਕਿ ਪਹਿਲਾਂ ਉਸ ਭੈਣ ਨੂੰ ਉਹਦਾ ਭਰਾ ਬਚਾਉਣ ਆਵੇਗਾ 50 ਕਿਲੋਮੀਟਰ ਤੋਂ ਉੱਠ ਕੇ, ਜਾਂ ਉਹਨੂੰ ਜਿਸ ਦੇ ਲੜ ਲਾ ਕੇ ਭੇਜਿਆ, ਜਿਸ ਪਤੀ ਦੇ ਲੜ ਲਾ ਕੇ ਭੇਜਿਆ, ਉਹ ਰੱਖਿਆ ਕਰੇਗਾ। ਜਿਹੜੀ ਭੈਣ ਵਿਦੇਸ਼ਾਂ ਵਿੱਚ ਬੈਠੀ ਹੈ ਉਹਦੇ ਤੇ ਕੋਈ ਮੁਸੀਬਤ ਆਣ ਪਵੇ ਤੇ ਇਹ ਬੰਦਾ ਇੱਥੋਂ ਫਲਾਈਟ ਲੈ ਕੇ ਜਦੋਂ ਤੱਕ ਜਾਏਗਾ ਉਦੋਂ ਤੱਕ ਮੁਸੀਬਤ ਦੇ ਸਾਹਮਣੇ ਭੈਣ ਖਲੋਤੀ ਰਹੇਗੀ? ਨਹੀਂ। ਪਹਿਲੀ ਗੱਲ ਜਿਹਦੇ ਲੜ ਲਾਈ ਹੈ ਉਹਦੀ ਰੱਖਿਆ ਦਾ ਵੀ ਪ੍ਰਬੰਧ ਉਹਦੇ ਕੋਲ ਹੈ। ਦੂਸਰੀ ਗੱਲ ਜੇ ਆਪਾਂ ਹੋਰ ਗੁਰਮਤਿ ਦੇ ਗਹਿਰਾਈ ਵਿੱਚ ਜਾ ਕੇ ਸੋਚੀਏ ਤੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਤੇ ਕੌਰ ਬਣਾ ਕੇ ਅੰਮ੍ਰਿਤ ਦੀ ਦਾਤ ਤਾਂ ਦਿੱਤੀ ਸੀ ਤੂੰ ਆਪਣੀ ਰੱਖਿਆ ਆਪ ਕਰ ਸਕੇ। ਜੇ 5 ਕਕਾਰ ਖਾਲਸੇ ਦੇ ਅੰਦਰ ਕੋਈ ਸਿੰਘ ਪਹਿਨਦਾ ਹੈ ਨਾ, ਤੇ 5 ਕਕਾਰਾਂ ਦੀ ਅਥਾਰਟੀ ਜਿਹੜੀ ਹੈ ਉਹ ਕੌਰ ਨੂੰ ਵੀ ਦਿੱਤੀ ਹੈ। ਖਿਮਾ ਕਰਿਓ, ਹਿੰਦੂ ਧਰਮ ਵਿੱਚ ਜਨੇਊ ਸਿਰਫ ਹਿੰਦੂ ਬੰਦਾ ਪਾ ਸਕਦਾ, ਜਨਾਨੀ ਅੱਜ ਵੀ ਜਨੇਊ ਨਹੀਂ ਪਾ ਸਕਦੀ। ਮੁਸਲਮਾਨ ਧਰਮ ਵਿੱਚ ਮੁਸਲਮਾਨ ਬੰਦਾ ਮਸਜਿਦ ਵਿੱਚ ਜਾ ਕੇ ਖੁਦਾ ਦੀ ਬੰਦਗੀ ਵਿੱਚ, ਇਬਾਦਤ ਵਿੱਚ ਜੁੜ ਸਕਦਾ, ਨਮਾਜ਼ ਅਦਾ ਕਰ ਸਕਦਾ, ਔਰਤ ਅੱਜ ਵੀ ਨਹੀਂ ਜਾ ਸਕਦੀ। ਗੁਰੂ ਨਾਨਕ ਦਾ ਘਰ ਐਸਾ ਹੈ, ਇੱਥੇ ਜੇ ਗੁਰਸਿੱਖ ਕੀਰਤਨ ਕਰ ਸਕਦਾ, ਸਿੱਖ ਕਰ ਸਕਦਾ, ਤੇ ਉੱਥੇ ਸਿੰਘਣੀ, ਕੌਰ, ਬੀਬੀ, ਭੈਣ, ਮਾਤਾ ਵੀ ਕੀਰਤਨ ਕਰ ਸਕਦੀ ਹੈ। ਤੇ ਜੇ ਇਸ ਜਗ੍ਹਾ ਦੇ ਉੱਤੇ 5 ਕਕਾਰ ਇੱਕ ਸਿੱਖ ਪਹਿਨ ਸਕਦਾ, ਉਹ ਸਿੰਘ ਦੇ ਸਰੂਪ ਵਿੱਚ ਹੈ, ਤੇ ਕੌਰ ਦੇ ਸਰੂਪ ਵਿੱਚ ਔਰਤ ਵੀ 5 ਕਕਾਰਾਂ ਦੀ ਧਾਰਨੀ ਬਣ ਸਕਦੀ ਹੈ। ਔਰ ਦੂਸਰੀ ਵੱਡੀ ਗੱਲ ਇਹ ਹੈ, ਤੁਹਾਡਾ ਇਤਿਹਾਸ ਇੰਨਾ ਵੱਡਾ ਹੈ, ਤੁਹਾਨੂੰ ਸਿਰਫ ਕੱਚੇ ਧਾਗੇ ਦੀ ਲੋੜ ਨਹੀਂ ਵੀ ਕੱਚੇ ਧਾਗੇ ਦੇ ਉੱਤੇ ਡਿਪੈਂਡ ਰਹਿ ਕੇ ਤੁਸੀਂ ਜ਼ਿੰਦਗੀ ਜੀਣੀ ਹੈ। ਨਹੀਂ, ਕਿਤੇ ਦੇਖੋ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੇ ਪਰਿਵਾਰ ਦਾ ਵਿਛੋੜਾ ਹੋਇਆ, ਤੁਸੀਂ ਜਾਣਦੇ ਹੋ। ਮੈਂ ਡਿਟੇਲ ਵਿੱਚ ਨਹੀਂ ਜਾਣਾ, ਸਿਰਫ ਜੋ ਬੇਨਤੀ ਕਰ ਰਿਹਾ ਮੇਰਾ ਫੋਕਸ ਉਸੇ ਬੇਨਤੀ ਤੇ ਹੈ।
ਜਦੋਂ ਚਮਕੌਰ ਦੀ ਗੜੀ ਦੇ ਅੰਦਰ ਜੰਗ ਹੋਇਆ ਨਾ, ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਗੜੀ ਛੱਡ ਕੇ ਚਲੇ ਗਏ ਤੇ ਉਸ ਰਣ ਤੱਤੇ ਦੇ ਅੰਦਰ ਗੁਰੂ ਪਾਤਸ਼ਾਹ ਜੀ ਦੇ ਵੱਡੇ 2 ਸਪੁੱਤਰਾਂ ਦੀਆਂ ਸਰੀਰ ਦੀਆਂ ਜਿਹੜੀ ਜੰਗ ਤੋਂ ਬਾਅਦ ਲਾਸ਼ਾਂ ਜਿਹੜੀਆਂ ਨੂੰ ਰਣ ਤੱਤੇ ਵਿੱਚ ਪਈਆਂ ਨੇ। ਗੁਰੂ ਕੇ ਪਿਆਰੇ ਅਜ਼ੀਜ਼ ਸਿੱਖਾਂ ਦੀਆਂ ਲਾਸ਼ਾਂ ਪਈਆਂ ਨੇ। ਹੁਣ ਸਾਨੂੰ ਇਤਿਹਾਸ ਕਹਿੰਦਾ ਵੀ 10 ਲੱਖ ਦਾ ਘੇਰਾ ਤਕਰੀਬਨ ਉਸ ਗੜੀ ਦੇ ਦੁਆਲੇ ਪਿਆ ਸੀ। ਤੇ ਜਦੋਂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਗੜੀ ਛੱਡ ਕੇ ਚਲੇ ਗਏ, ਉਹਦੇ ਤੋਂ ਬਾਅਦ ਠੰਡਾਂ ਦੀ ਉਹ ਕਾਲੀ ਬੋਲੀ ਪੋਹ ਦੀ ਰਾਤ ਉੱਥੇ ਇੱਕ ਬੀਬੀ ਆਈ ਸੀ, ਨਾਮ ਸੀ ਸ਼ਰਨ ਕੌਰ। ਬੀਬੀ ਸ਼ਰਨ ਕੌਰ ਨੇ 10 ਲੱਖ ਦੇ ਵੈਰੀਆਂ ਦੇ ਘੇਰੇ ਵਿੱਚੋਂ ਨਿਕਲ ਕੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੇ ਫਰਜ਼ੰਦਾਂ ਦਾ ਸੰਸਕਾਰ ਕੀਤਾ ਸੀ। ਕੋਈ ਮਾੜੀ ਮੋਟੀ ਗੱਲ ਨਹੀਂ। ਉਹ ਕਿੰਨੀ ਤਾਕਤਵਰ ਸੀ, ਕਿੰਨਾ ਉਹਦੇ ਕੋਲ ਰੁਤਬਾ ਸੀ, ਗਿਆਨ ਸੀ। 10 ਲੱਖ ਦੇ ਘੇਰੇ ਵਿੱਚ ਕੱਲੀ ਜਾ ਕੇ ਗੁਰੂ ਕੇ ਪੁੱਤਰਾਂ ਦਾ ਸੰਸਕਾਰ ਕਰਦੀ ਹੈ ਕਿ ਉਹਨੂੰ ਰੱਖੜੀ ਦੀ ਲੋੜ ਹੈ, ਕਿ ਉਹਨੂੰ ਇੱਕ ਛੋਟੇ ਜਿਹੇ ਧਾਗੇ ਦੀ ਲੋੜ ਹੈ। ਮਾਤਾ ਭਾਗ ਕੌਰ ਮੋਢੇ ਨਾਲ ਮੋਢਾ ਜੋੜ ਕੇ ਖਦਰਾਣੇ ਦੀ ਢਾਬ ਦੇ ਅੰਦਰ ਮਾਂ ਸਿੰਘ ਜਿੱਥੇ ਲੜਦਾ ਹੈ, ਜਿੱਥੇ ਗੁਰੂ ਕੇ ਪਿਆਰੇ ਅਜੀਜ਼ ਬੱਬਰ ਸ਼ੇਰ ਸਿੰਘ ਲੜਦੇ ਨੇ, ਉੱਥੇ ਮਾਤਾ ਭਾਗ ਕੌਰ ਵੀ ਖੰਡਾ ਖੜਕਾਉਂਦੀ ਹੈ ਕਿ ਉਹਨੂੰ ਰੱਖੜੀ ਦੀ ਲੋੜ ਸੀ। ਬਿਲਕੁਲ ਨਹੀਂ, ਇਹ ਸਾਡੀ ਵਿਚਾਰ ਹੀ ਗਲਤ ਹੈ। ਇਹਨਾਂ ਧਾਗਿਆਂ ਦੇ ਨਾਲ ਸਾਡਾ ਫਲਸਫਾ ਨਹੀਂ ਜੁੜਿਆ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਪਤਾ ਇੱਕ ਗੱਲ ਕਹਿੰਦੀ, ਜਾਲੋਂ ਐਸੀ ਰੀਤ ਜਿਤ ਮੈਂ ਪਿਆਰਾ ਵਿਸਰ। ਉਹਨਾਂ ਰੀਤਾਂ ਨੂੰ, ਉਹਨਾਂ ਰਸਮਾਂ ਨੂੰ ਸਾੜ ਕੇ ਸਵਾਹ ਕਰ ਦਈਏ ਜਿਨ੍ਹਾਂ ਰਸਮਾਂ ਦੇ ਨਾਲ ਅਸੀਂ ਆਪਣੇ ਮੁਕੰਮਲ ਰੂਪੀ ਪਰਮਾਤਮਾ ਦੇ ਸ਼ਬਦ ਵਿਚਾਰ ਤੋਂ ਦੂਰ ਜਾਂਦੇ ਹਾਂ, ਪਰਮਾਤਮਾ ਦੀ ਵਿਚਾਰ ਤੋਂ ਟੁੱਟਨੇ ਹਾਂ। ਉਹਨਾਂ ਸ਼ਬਦਾਂ ਦਾ ਸਾਡੀ ਜ਼ਿੰਦਗੀ ਅੰਦਰ ਕੋਈ ਦਾਇਰਾ ਨਹੀਂ। ਤੇ ਇੱਕ ਅਸੀਂ ਗੱਲ ਕਹਿੰਦੇ ਹਾਂ, ਕਈ ਵਾਰੀ ਹੁੰਦਾ ਹੈ ਕਿ ਭਾਈ ਸਾਹਿਬ ਜੇ ਰੱਖੜੀ ਸਿੱਖਾਂ ਦਾ ਤਿਉਹਾਰ ਨਹੀਂ ਤੇ ਗੁਰੂ ਨਾਨਕ ਪਾਤਸ਼ਾਹ ਜੀ ਦੀ ਭੈਣ ਨੇ ਕਿਉਂ ਬੰਨ੍ਹੀ ਸੀ? ਪੁੱਛੀਏ ਤੁਹਾਨੂੰ ਕਿੱਦਾਂ ਪਤਾ? ਕਹਿੰਦੇ ਨੇ ਅਸੀਂ ਫੋਟੋ ਤੇ ਦੇਖਿਆ ਸੀ। ਤੇ ਫੋਟੋਆਂ ਕਿੰਨੇ ਬਣਾਈਆਂ ਨੇ? ਸਵਾਲ ਕੀਤਾ ਜੇ ਫੋਟੋਆਂ ਕਿੰਨੇ? ਗੁਰੂ ਨਾਨਕ ਪਾਤਸ਼ਾਹ ਜੀ ਨੇ ਬਹਿ ਕੇ ਬਣਵਾਈ ਸੀ? ਨਹੀਂ, ਅਸਲ ਵਿੱਚ ਜੋ ਫੋਟੋਆਂ ਦੇਖੀਆਂ ਗੁਰੂ ਪਾਤਸ਼ਾਹ ਜੀ ਨੇ ਹੈ ਨਹੀਂ। ਦੂਸਰੀ ਗੱਲ, ਜੇ ਆਪਾਂ ਇਸ ਗੱਲ ਨੂੰ ਕਹੀਏ ਵੀ ਗੁਰੂ ਨਾਨਕ ਪਾਤਸ਼ਾਹ ਜੀ ਦੀ ਭੈਣ ਨੇ ਰੱਖੜੀ ਬੰਨ੍ਹੀ ਸੀ ਤੇ ਆਪਾਂ ਇਸ ਗੱਲ ਨੂੰ ਮੰਨ ਲਓ 1% ਮੰਨ ਵੀ ਲਈਏ, ਤੇ ਜੋ ਗੁਰੂ ਨਾਨਕ ਪਾਤਸ਼ਾਹ ਜੀ ਨੇ ਗੱਲ ਕਹੀ ਉਹੀ ਗੱਲ ਗੁਰੂ ਅੰਗਦ ਦੇਵ ਪਾਤਸ਼ਾਹ, ਗੁਰੂ ਅਮਰਦਾਸ ਪਾਤਸ਼ਾਹ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਸੰਪਾਦਨਾ ਤੱਕ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਗੁਰੂ ਨਾਨਕ ਦੇ ਘਰ ਵਿੱਚ ਇੱਕ ਹੀ ਗੱਲ ਚੱਲਦੀ ਰਹੀ, ਇੱਕ ਗੱਲ ਦੇ ਉੱਤੇ ਤੁਰੇ। ਤੇ ਮੈਂ ਸਵਾਲ ਕਰਨਾ ਉਹਨਾਂ ਨੂੰ ਜਿਹੜੇ ਕਹਿੰਦੇ ਨੇ ਵੀ ਤਸਵੀਰ ਨੂੰ ਵੇਖ ਕੇ ਅਸੀਂ ਰੱਖੜੀ ਬੰਨ੍ਹਦੇ ਹਾਂ, ਜੇ ਗੁਰੂ ਨਾਨਕ ਪਾਤਸ਼ਾਹ ਜੀ ਦੀ ਭੈਣ ਬੇਬੇ ਨਾਨਕੀ ਗੁਰੂ ਨਾਨਕ ਨੂੰ ਰੱਖੜੀ ਬੰਨ੍ਹਦੀ ਏ ਤੇ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੀ ਭੈਣ ਬੀਬੀ ਵੀਰੋ ਨੇ ਕਿਉਂ ਨਹੀਂ ਬੰਨ੍ਹੀ? ਉਹ ਵੀ ਤੇ ਉਹਨਾਂ ਦੀ ਭੈਣ ਸੀ ਨਾ। ਤੇ ਜੇ ਗੁਰੂ ਨਾਨਕ ਦੇ ਘਰ ਵਿੱਚ ਇਹ ਪ੍ਰਥਾ ਸੀ, ਫਿਰ ਇਹ ਪ੍ਰਥਾ ਨੂੰ ਬੀਬੀ ਵੀਰੋ ਨੇ ਕਿਉਂ ਨਹੀਂ ਸਾਂਭਿਆ? ਇਤਿਹਾਸ ਵਿੱਚ ਤੁਸੀਂ ਗ੍ਰੰਥ ਪੜ੍ਹੋ, ਸਿਰਫ ਆਪਾਂ ਫੋਟੋਆਂ ਨੂੰ ਵੇਖ ਕੇ ਗੱਲ ਦਾ ਅੰਦਾਜ਼ਾ ਨਾ ਲਾ ਲਈਏ। ਫੋਟੋਆਂ ਨੂੰ ਤੇ ਗੁਰੂ ਨਾਨਕ ਦੇ ਘਰ ਵਿੱਚ ਪ੍ਰਵਾਨਗੀ ਇਤਨੀ ਗਈ। ਇਹ ਤੇ ਇੱਕ ਮੂਰਤੀ ਹੈ ਤੇ ਮੂਰਤੀ ਨੂੰ ਗੁਰੂ ਨਾਨਕ ਦੀ ਬਾਣੀ ਖੰਡਨ ਕਰਦੀ ਹੈ। ਪਾਤਸ਼ਾਹ ਜੀ ਦਾ ਜੇ ਇਤਿਹਾਸ ਪੜ੍ਹੋ, ਗੁਰਬਾਣੀ ਪੜ੍ਹੋ, ਕਿਸੇ ਜਗ੍ਹਾ ਤੇ ਵੀ ਤੁਹਾਨੂੰ ਇਹ ਕਨਸੈਪਟ ਨਹੀਂ ਮਿਲੇਗਾ ਕਿ ਸਿੱਖ ਦਾ ਰੱਖੜੀ ਨਾਲ ਦੂਰ ਦੂਰ ਤੱਕ ਵੀ ਕੋਈ ਸੰਬੰਧ ਹੈ। ਬਿਲਕੁਲ ਨਹੀਂ। ਤੇ ਅੱਜ ਮੰਨ ਲਓ ਕਿਸੇ ਨੇ ਫੋਟੋ ਬਣਾ ਦਿੱਤੀ, ਗੁਰੂ ਨਾਨਕ ਪਾਤਸ਼ਾਹ ਜੀ ਦੇ ਗੁੱਟ ਤੇ ਰੱਖੜੀ ਬੰਨ੍ਹੀ, ਅਸੀਂ ਰੱਖੜੀਆਂ ਬੰਨ੍ਹ ਰਹੇ ਹਾਂ। ਖਿਮਾ ਕਰਿਓ, ਕੱਲ੍ਹ ਨੂੰ ਕੋਈ ਫੋਟੋ ਬਣਾ ਕੇ ਦੇ ਦੇਵੇਗਾ ਗੁਰੂ ਨਾਨਕ ਪਾਤਸ਼ਾਹ ਜੀ ਪੱਥਰਾਂ ਨੂੰ ਮੱਥਾ ਟੇਕਦੇ ਸੀ, ਤੁਸੀਂ ਪੱਥਰਾਂ ਨੂੰ ਮੱਥਾ ਟੇਕਣ ਲੱਗ ਪਵੋਗੇ। ਫੋਟੋ ਦਾ ਕੀ ਹੈ? ਕਲਾਕਾਰੀ ਕੋਈ ਵੀ ਕਰ ਜਾਵੇ। ਇਹ ਗਲਤ ਵਿਚਾਰ ਹੈ। ਇਹ ਤਾਂ ਮੈਂ ਛੋਟਾ ਜਿਹਾ ਨੁਕਤਾ ਰੱਖਿਆ, ਜ਼ਰੂਰੀ ਹੈ। ਇਹ ਸਮਾਂ ਰੱਖੜੀ ਦਾ ਫਿਰ ਮੇਰੇ ਖਿਆਲ 3-4 ਦਿਨ 'ਚ ਆ ਰਿਹਾ ਤੇ ਅਸੀਂ ਸਮੇਂ ਸਮੇਂ ਤੇ ਜ਼ਰੂਰ ਗੁਰੂ ਦੀ ਬਾਣੀ ਤੋਂ ਖੁਆਰ ਹੁੰਦੇ ਹਾਂ। ਮੈਂ ਬੇਨਤੀ ਤਾਂ ਕਰ ਰਿਹਾ ਕਿਉਂਕਿ ਜਦੋਂ ਮੈਂ ਸ਼ੁਰੂ ਦੇ ਵਿੱਚ ਇੱਥੇ ਆ ਕੇ ਸੇਵਾ ਸੰਭਾਲੀ ਸੀ ਤੇ ਦੇਖਣ ਨੂੰ ਮਿਲਿਆ ਕਿ ਬਹੁਤ ਸੰਗਤਾਂ ਨੇ ਆ ਕੇ ਤੇ ਪੀੜੇ ਸਾਹਿਬ ਦੇ ਪੈਰਾਂ ਨੂੰ ਰੱਖੜੀ ਤੇ ਧਾਗੇ ਬੰਨੇ। ਤੇ ਹੁਣ ਇੱਕ ਸਵਾਲ ਇਹ ਵੀ ਹੁੰਦਾ ਵੀ ਰੱਖੜੀ ਤੇ ਆਪਾਂ ਗੁੱਟ ਤੇ ਬੰਨ੍ਹਦੇ ਹੱਥ ਤੇ ਪੀੜੇ ਦੇ ਤੇ ਪੈਰ ਨੇ। ਆਪਾਂ ਇੱਥੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਜਿਹੜਾ ਪੀੜਾ ਹੈ ਉਹਦੇ ਪੈਰਾਂ ਨੂੰ ਰੱਖੜੀ ਬੰਨ੍ਹ ਜਾਂਦੇ ਹਾਂ। ਦੂਜੇ ਪਾਸੇ ਅਸੀਂ ਹੱਥਾਂ ਨੂੰ ਬੰਨ੍ਹਦੇ ਹਾਂ, ਇੱਥੇ ਆ ਕੇ ਪੈਰਾਂ ਨੂੰ ਰੱਖੜੀ ਬੰਨ੍ਹੀ ਜਾਂਦੇ ਹਾਂ। ਇਹ ਕੋਈ ਗੱਲ ਫੁਰਦੀ ਨਹੀਂ ਸਾਨੂੰ ਗੁਰਸਿੱਖਾਂ ਨੂੰ। ਤੇ ਮੈਨੂੰ ਇਸ ਗੱਲ ਦੀ ਖੁਸ਼ੀ ਬੜੀ ਹੈ ਵੀ ਪਿਛਲੇ ਸਾਲ ਮੈਂ ਬੇਨਤੀ ਕੀਤੀ ਸੀ ਕਿ ਇਸ ਕੰਮ ਤੋਂ ਆਪਾਂ ਬਚੀਏ ਤੇ ਮੈਨੂੰ ਬੜੀ ਖੁਸ਼ੀ ਹੈ ਵੀ ਤੁਹਾਡੇ ਵਿੱਚੋਂ ਕੋਈ ਵੀ ਸੰਗਤ ਵਿੱਚੋਂ ਪਿਛਲੇ ਸਾਲ ਗੁਰਦੁਆਰੇ ਸਾਹਿਬ ਵਿਖੇ ਰੱਖੜੀ ਲੈ ਕੇ ਨਹੀਂ ਸੀ ਆਇਆ। ਇਹ ਗੁਰੂ ਦੀ ਬਖਸ਼ਿਸ਼ ਹੈ। ਇਹ ਗੁਰੂ ਨੇ ਮਿਹਰਮਤ ਕੀਤੀ, ਗਿਆਨ ਰੂਪੀ ਸੋਝੀ ਆਪ ਜੀ ਦੇ ਦਰ ਆਪ ਜੀ ਨੂੰ ਬਖਸ਼ਿਸ਼ ਕੀਤੀ। ਅੱਜ ਇਸ ਤਰ੍ਹਾਂ ਵੀ ਜੋ ਆਉਣ ਵਾਲਾ ਸਮਾਂ ਹੈ ਉਹਦੇ ਵਿੱਚ ਵੀ ਆਪਾਂ ਇਹਨਾਂ ਫੋਕਟ ਕਰਮਾਂ ਤੋਂ ਬਚੀਏ। ਜਿੱਥੇ ਆਪਾਂ ਗੁਰੂ ਘਰ ਵਿੱਚ ਰੱਖੜੀਆਂ ਲਿਆਉਣੋਂ ਬੰਦ ਕੀਤੀਆਂ ਨੇ,
ਉੱਥੇ ਆਪਾਂ ਘਰਾਂ ਵਿੱਚ ਵੀ ਇਹਨਾਂ ਰਸਮਾਂ ਤੋਂ ਬਚੀਏ। ਰਸਮਾਂ ਸਾਡੀਆਂ ਨਹੀਂ, ਸਿਰਫ ਇੱਕ ਲੈਣ ਦੇਣ ਦਾ ਵਿਹਾਰ ਬਣਿਆ, ਲੋਭ ਲਾਲਚ ਪਿਆ ਹੋਇਆ। ਭੈਣਾਂ ਨੂੰ ਖੁਸ਼ੀ ਹੁੰਦੀ ਹੈ, ਚਲੋ ਰੱਖੜੀ ਬੰਨਾਂਗੇ, ਕੁਝ ਅੱਗੋਂ ਭਰਾ ਦੇ ਦੇਣਗੇ, ਸਾਲ ਬਾਅਦ ਮਿੱਠਾ ਖਾ ਲਾਂਗੇ, ਮੇਲ ਮਿਲਾਪ, ਬਸ ਇੰਨਾ ਕੁਝ, ਹੋਰ ਇਹਦੇ ਤੋਂ ਵੱਧ ਕੁਝ ਵੀ ਨਹੀਂ। ਰੱਖਿਆ ਤੁਸੀਂ ਆਪਣੀ ਆਪ ਕਰਨੀ ਹੈ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਨੇ ਸੈਲਫ ਡਿਪੈਂਡੈਂਟ ਬੰਦੇ ਨੂੰ ਬਣਾਇਆ, ਕਿਸੇ ਦੇ ਉੱਤੇ ਡਿਪੈਂਡ ਰਹਿਣ ਵਾਸਤੇ ਨਹੀਂ। ਆਪਣੇ ਉੱਤੇ ਆਪ ਡਿਪੈਂਡ ਰਹਿਣਾ ਹੈ, ਆਪਣੀ ਰੱਖਿਆ ਆਪ ਕਰਨੀ ਹੈ। ਇਹ ਸੋਝੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਸਾਨੂੰ ਸ਼ਸਤਰ ਦੇ ਕੇ ਦਿੱਤੀ ਹੈ। ਸੋ ਮੇਰੀ ਬੇਨਤੀ ਇਹੀ ਸੀ ਕਿ ਇਹਨਾਂ ਫੋਕਟ ਕਰਮਾਂ ਤੋਂ ਬਚੀਏ, ਐਸੀਆਂ ਰੀਤਾਂ ਤੋਂ ਬਚੀਏ ਜਿਹੜੀਆਂ ਸਾਨੂੰ ਗੁਰੂ ਦੇ ਦਰ ਤੋਂ, ਗੁਰੂ ਦੀ ਵਿਚਾਰ ਤੋਂ ਦੂਰ ਕਰਦੀਆਂ ਹੋਣ। ਹੋਈਆਂ ਬੇਅੰਤ ਭੁੱਲਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।